ਜਿਹਦੇ ਵਿੱਚ ਬੱਸ ਦੇ ਇੱਕ ਮੁਸਾਫਰ ਨੇ ਦੂਜੇ ਮੁਸਾਫਰ ਦਾ ਗਲ ਵੱਢਣ ਦੀ ਕੋਸ਼ਿਸ਼ ਕੀਤੀ, ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਹਾਲਾਤ ਦੇ ਵਿੱਚ ਜਦੋਂ ਟਰਾਂਸਲਿੰਕ ਦੇ ਵਿੱਚ ਚੜ੍ਹਨ ਵਾਲੇ ਮੁਸਾਫਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਾ ਕਰਨ ਤਾਂ ਫਿਰ ਫਰਕ ਤਾਂ ਪੈਂਦਾ ਹੈ। ਥੈਂਕ ਯੂ ਵੈਰੀ ਮੱਚ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਹਰਪ੍ਰੀਤ ਜੀ, ਬਈ ਬੱਸ ਦੇ ਵਿੱਚ ਜਦ ਤੁਸੀਂ ਸਫ਼ਰ ਕਰ ਰਹੇ ਸੀ ਕੀ ਗੱਲਬਾਤ ਵਾਪਰੀ, ਕਦੋਂ ਦੀ ਗੱਲ ਹੈ? ਜੀ ਗੱਲ ਕਰ ਰਹੀ ਸੀ, ਪਰ ਉਹ ਆ ਕੇ ਉਹ ਪੰਜਾਬੀ ਵੀ ਬੋਲ ਰਿਹਾ ਸੀ, ਉਹ ਇੰਗਲਿਸ਼ ਵੀ ਬੋਲ ਰਿਹਾ ਸੀ, ਔਰ ਇੰਗਲਿਸ਼ ਵੀ ਐਕਸੈਂਟ ਨਾਲ ਬੋਲ ਰਿਹਾ ਸੀ। ਮਤਲਬ ਪਤਾ ਲੱਗ ਰਿਹਾ ਸੀ ਉਹਨੂੰ ਇੱਥੇ ਆਉਣ ਨੂੰ ਕਾਫੀ ਟਾਈਮ ਹੋ ਗਿਆ। ਤਾਂ ਮੈਂ ਉਹਨੂੰ ਬੋਲਿਆ ਕਿ ਨਹੀਂ, ਮੈਂ ਤੈਨੂੰ ਕੁਛ ਨਹੀਂ ਕਿਹਾ। ਔਕਵਰਡ ਲੱਗੀ ਕਿ ਡਰਾਈਵਰ ਇਸ 'ਚ ਸਭ ਚੀਜ਼ਾਂ ਦੇਖ ਰਿਹਾ ਸੀਗਾ, ਔਰ ਡਰਾਈਵਰ ਵੀ ਪੰਜਾਬੀ ਸੀਗਾ, ਉਹਨੂੰ ਇਹ ਚੀਜ਼ਾਂ ਸਮਝ ਆ ਰਹੀਆਂ ਸੀਗੀਆਂ ਕਿ ਕੀ ਹੋ ਰਿਹਾ। ਉਹਨੇ ਕਿਹਾ ਨਹੀਂ ਕੁਛ? ਉਹਨੇ ਕੁਛ ਨਹੀਂ ਕਿਹਾ। 911 ਮੈਂ ਕਾਲ ਕਰ ਸਕਦਾ ਸੀਗਾ, ਬਟ ਮੈਨੂੰ ਇਹ ਡਰ ਸੀਗਾ ਕਿ ਮੈਂ ਇਹਦੇ ਸਾਹਮਣੇ ਫੋਨ ਕੱਢਿਆ ਤਾਂ ਇਹ ਸ਼ੁਰਾ ਨਾ ਕੱਢ ਲਵੇ, ਇਹ ਹੋਰ ਕੁਛ ਨਾ ਮੈਨੂੰ, ਮਤਲਬ ਮੇਰੀ ਜਾਨ ਮਾਨ ਤੇ कोई गल ना आ जाए। ऐसे में आपको फिजिकल हार्म के साथ साथ एक मेंटल हार्म का भी इशू हो जाता है। ऐसे सिचुएशंस में फेस करते हुए आपको लगता है यार मैं बस चढ़ूं कि ना चढ़ूं। नेक्स्ट टाइम आप किसी और के साथ होता देखो तब आपको ये डर लगता है कि कहीं मेरे पे हार्म तो नहीं आ जाएगा। The Harjinder Singh Show। ਉੱਪਰੋਂ ਥਲੀ ਕਈ ਘਟਨਾਵਾਂ ਲੋਅਰ ਮੇਨਲੈਂਡ ਤੇ ਇਹੋ ਜਿਹੀਆਂ ਹੋ ਗਈਆਂ ਜਿਹਦੇ ਵਿੱਚ ਬੱਸ ਦੇ ਇੱਕ ਮੁਸਾਫਰ ਨੇ ਦੂਜੇ ਮੁਸਾਫਰ ਦਾ ਗਲ ਵੱਢਣ ਦੀ ਕੋਸ਼ਿਸ਼ ਕੀਤੀ, ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ, ਜ਼ਖਮੀ ਕਰ ਦਿੱਤਾ, ਇੱਕ ਮੁੰਡਾ ਮਾਰ ਵੀ ਦਿੱਤਾ, ਛੁਰਾ ਮਾਰ ਕੇ ਕਤਲ ਕਰ ਦਿੱਤਾ। 17 ਸਾਲ ਦਾ ਉਹ ਮੁੰਡਾ ਸੀ। ਉਸ ਦੀ ਮਾਤਾ ਅਗਲੇ ਬੱਸ ਸਟਾਪ 'ਤੇ ਇੰਤਜ਼ਾਰ ਕਰਦੀ ਸੀ ਔਰ ਉਸ ਤੋਂ ਬਾਅਦ ਛੁਰੇਬਾਜ਼ੀ ਦੀਆਂ ਘਟਨਾਵਾਂ ਬੱਸ ਤੋਂ ਬਾਹਰ ਵੀ ਹੋਈਆਂ ਨੇ। ਸੋ ਇਸ ਹਾਲਾਤ ਦੇ ਵਿੱਚ ਜਦੋਂ ਟਰਾਂਸਲਿੰਕ ਦੇ ਵਿੱਚ ਚੜ੍ਹਨ ਵਾਲੇ ਮੁਸਾਫਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਾ ਕਰਨ ਤਾਂ ਫਿਰ ਫਰਕ ਤਾਂ ਪੈਂਦਾ ਹੈ। ਔਰ ਲੋਕਾਂ ਦਾ ਕੁਦਰਤੀ ਤੌਰ 'ਤੇ ਘਬਰਾ ਜਾਣਾ ਜਾਂ ਸਹਿਮ ਦੇ ਵਿੱਚ ਟਰੈਵਲ ਕਰਨਾ, ਇਹ ਇਸ ਕੈਨੇਡਾ ਦੀ ਗੁੱਡ ਗਵਰਨੈਂਸ ਨਹੀਂ ਹੈ। ਸੋ ਇਹਦੇ ਲਈ ਹੁਣ ਕੀ ਕੀਤਾ ਜਾਏਗਾ ਇਹ ਤਾਂ ਪਤਾ ਨਹੀਂ, ਪਰ ਟਰਾਂਸਲਿੰਕ ਦੀਆਂ ਬੱਸਾਂ ਦੇ ਵਿੱਚ ਚੜ੍ਹਨ ਵਾਲੇ ਸਾਡੇ ਸਟਾਫ ਦੇ 2 ਮੈਂਬਰ ਜਿਹੜੇ ਰਿਸਪੈਕਟੇਬਲ ਇੱਥੇ ਜਿਹੜੇ ਸਾਡੇ ਸਟੂਡੀਓਜ਼ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੇ ਬੱਸ ਦੇ ਵਿੱਚ ਸਫ਼ਰ ਕਰਦਿਆਂ ਕੀ ਮਹਿਸੂਸ ਕੀਤਾ, ਉਹਨਾਂ ਨੂੰ ਕੀ ਚੁਣੌਤੀ ਆਈ ਔਰ ਕਿਸ ਤਰ੍ਹਾਂ ਉਹ ਬਚ ਨਿਕਲੇ ਹਨ। ਸੋ ਉਹਨਾਂ ਦੇ ਵਿੱਚੋਂ ਸਾਡੇ ਨਾਲ ਅੱਜ ਹਰਪ੍ਰੀਤ ਜੀ ਅਤੇ ਹਤੇਸ਼ ਜੀ ਸ਼ਾਮਲ ਨੇ। ਹਰਪ੍ਰੀਤ ਜੀ ਸਾਡੇ ਟੈਕਨੀਕਲ ਡਿਪਾਰਟਮੈਂਟ ਦੇ ਵਿੱਚ ਜਿਹੜਾ ਇਹ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਜਾਂ ਐਡਵਰਟਾਈਜ਼ਮੈਂਟ ਵਗੈਰਾ ਪਹੁੰਚਦੀ ਹੈ, ਇਹ ਰਿਕਾਰਡਿੰਗ ਦਾ ਕੰਮ ਕਰਦੇ ਨੇ, ਬਹੁਤ ਉਸਤਾਦ ਨੇ ਇਸ ਬਿਜ਼ਨਸ ਦੇ। ਅਤੇ ਹਤੇਸ਼ ਜੀ ਜਿਹੜੇ ਨੇ ਉਹ ਕ੍ਰੀਏਟਿਵ ਡਿਪਾਰਟਮੈਂਟ ਦੇ ਵਿੱਚੋਂ ਨੇ ਔਰ ਉਹਨਾਂ ਦਾ ਬਹੁਤ ਤਜਰਬਾ ਹੈ ਜ਼ਿੰਦਗੀ ਦਾ ਅਤੇ ਇਸ ਕਿਸਮ ਦੇ ਕ੍ਰੀਏਟਿਵ ਕੰਮ ਕਰਨ ਦਾ। ਲੇਕਿਨ ਜਦੋਂ ਮੁਸਾਫਰ ਦੋਨੇ ਜਣੇ ਬੱਸ ਦੇ ਵਿੱਚ ਬੈਠੇ ਸਨ ਤਾਂ ਉਸ ਦੌਰਾਨ ਕੀ ਹੁੰਦਾ ਹੈ, ਇਹਨਾਂ ਦੀ ਜ਼ਬਾਨੀ ਆਪਾਂ ਗੱਲ ਕਰਦੇ ਹਾਂ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਸਾਹਿਬ, ਥੈਂਕ ਯੂ ਸੋ ਮਚ ਸਾਡੀ ਪ੍ਰੋਬਲਮ ਐਡਰੈਸ ਕਰਨ ਲਈ। ਥੈਂਕ ਯੂ ਵੈਰੀ ਮੱਚ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਹਰਪ੍ਰੀਤ ਜੀ, ਬਈ ਬੱਸ ਦੇ ਵਿੱਚ ਜਦ ਤੁਸੀਂ ਸਫ਼ਰ ਕਰ ਰਹੇ ਸੀ ਕੀ ਗੱਲਬਾਤ ਵਾਪਰੀ, ਕਦੋਂ ਦੀ ਗੱਲ ਹੈ? ਸੋ ਥਿੰਨ ਸਾਹਿਬ, ਅਸੀਂ ਲਾਈਕ ਆਫਿਸ ਖਤਮ ਕਰਨ ਤੋਂ ਬਾਅਦ 5:30 ਵਜੇ ਘਰ ਨੂੰ ਜਾ ਰਹੇ ਸੀ ਆਪਣੇ, ਅਤੇ 10 ਕੁ ਦਿਨ ਹੋ ਗਏ ਇਸ ਗੱਲ ਨੂੰ। ਅਤੇ ਅਸੀਂ ਬੱਸ 'ਤੇ ਚੜ੍ਹੇ ਹਾਂ, ਨੋਰਮਲ ਜਿਹੜਾ ਸਾਡਾ ਡੇਲੀ ਰੂਟੀਨ ਹੈ, ਅਸੀਂ ਬੱਸ 'ਚ ਜਾ ਕੇ ਬਹਿ ਗਏ ਦੋਨੋਂ, ਅਤੇ ਅਸੀਂ ਆਪਣੀ ਗੱਲਾਂ ਬਾਤਾਂ ਕਰ ਰਹੇ ਸੀਗੇ। ਤਾਂ ਗੁਰਦੁਆਰੇ ਵਾਲੇ ਸਟਾਪ ਤੋਂ ਇੱਕ ਬੰਦਾ ਚੜ੍ਹਿਆ, ਉਹ ਥੋੜ੍ਹਾ ਜਿਹਾ ਮਤਲਬ ਉਹਨੇ ਲੂਜ਼ ਕੱਪੜੇ ਪਾਏ ਹੋਏ ਸੀਗੇ, ਬਟ ਠੀਕ ਹੈ। ਰੋਡ ਤੋਂ? ਹਾਂਜੀ, ਸਕਾਟ ਰੋਡ ਤੋਂ ਨਹੀਂ, 128 ਤੋਂ ਹੀ। ਅੱਛਾ, 128 ਤੋਂ ਦਸ਼ਮੇਸ਼ ਦਰਬਾਰ ਵਾਲੇ? ਹਾਂਜੀ ਹਾਂਜੀ। ਅਤੇ ਉਹ ਚੜ੍ਹਿਆ ਅਤੇ ਮਤਲਬ ਅਸੀਂ ਸਭ ਤੋਂ ਪਿਛਲੀ ਸੀਟ 'ਤੇ ਬੈਠੇ, ਜਿਹੜੀ ਸੀਟਾਂ ਆਮਣੇ ਸਾਹਮਣੇ ਲੱਗੀਆਂ ਹੁੰਦੀਆਂ, ਅਤੇ ਅਸੀਂ ਆਪਸ 'ਚ ਦੇਖ ਕੇ ਗੱਲ ਕਰ ਰਹੇ ਸੀ ਹਿਤੇਸ਼ ਅਤੇ ਮੈਂ, ਅਤੇ ਮੈਨੂੰ ਸੁਣਾਈ ਦਿੱਤਾ ਕਿ ਉਹ ਬੰਦਾ ਉੱਪਰ ਚੜ੍ਹਿਆ ਅਤੇ ਉਹਨੇ ਉੱਚੀ ਆਵਾਜ਼ 'ਚ ਥੋੜ੍ਹੇ ਜਿਹੇ ਮਤਲਬ ਗੰਦੀ ਸ਼ਬਦਾਵਲੀ ਵਰਤੀ, ਰਾਈਟ। ਤਾਂ ਯੂਜੂਅਲੀ ਇੱਦਾਂ ਹੁੰਦਾ ਨਹੀਂ ਹੈ, ਤਾਂ ਮੈਂ ਥੋੜ੍ਹਾ ਅਲਰਟ ਹੋ ਗਿਆ ਕਿ ਕੁਛ ਹੋ ਰਿਹਾ। ਤਾਂ ਮੈਂ ਜਿਵੇਂ ਉਹਦੇ ਵੱਲ ਟਰਨ ਹੋਇਆ ਤਾਂ ਉਹ 2 ਕੁੜੀਆਂ ਬੈਠੀਆਂ ਸੀਗੀਆਂ, ਤਾਂ ਉਹ ਉਹਨਾਂ ਨੂੰ ਕੁਛ ਮਤਲਬ ਗਲਤ ਬੋਲ ਰਿਹਾ ਸੀਗਾ। ਤਾਂ ਐਨੀਵੇਜ਼ ਉਹ ਉੱਥੋਂ ਦੀ ਵਾਕ ਕਰਕੇ ਪਿੱਛੇ ਨੂੰ ਆ ਗਿਆ, ਅਤੇ ਮੈਂ ਔਰ ਹਿਤੇਸ਼ ਗੱਲ ਕਰ ਰਹੇ ਸੀਗੇ, ਅਤੇ ਉਹ ਆ ਕੇ ਬਿਲਕੁਲ ਮੇਰੇ ਸਾਹਮਣੇ ਖੜ੍ਹਾ ਹੋ ਗਿਆ। ਤਾਂ ਉਹਨੇ ਮੈਨੂੰ ਕਿਹਾ ਕਿ ਤੂੰ ਮੇਰੇ ਬਾਰੇ ਕੁਛ ਕਹਿ ਰਿਹਾ। ਤਾਂ ਉਸ ਟਾਈਮ ਮਤਲਬ ਮੈਂ ਥੋੜ੍ਹਾ ਅਲਰਟ ਹੋ ਗਿਆ ਕਿ ਨਹੀਂ, ਇਹ ਰੈੱਡ ਫਲੈਗ ਹੈ, ਅਤੇ ਮਤਲਬ ਦਿਮਾਗ ਨਾਲ ਕੰਮ ਲੈਣ ਦੀ ਜ਼ਰੂਰਤ ਹੈ। ਤਾਂ ਮੈਂ ਉਹਨੂੰ ਬੋਲਿਆ ਨਹੀਂ, ਮੈਂ ਤੈਨੂੰ ਕੁਛ ਨਹੀਂ ਕਿਹਾ। ਤਾਂ ਔਰ ਦੂਜੀ ਗੱਲ ਕਿ ਉਹ ਇੰਗਲਿਸ਼ ਵੀ ਬੋਲ ਰਿਹਾ ਸੀ, ਪਰ ਉਹ ਪੰਜਾਬੀ ਸੀਗਾ।
ਅੱਛਾ, ਬੋਲ ਰਿਹਾ ਸੀ ਅੰਗਰੇਜ਼ੀ? ਹਾਂ, ਅੰਗਰੇਜ਼ੀ ਬੋਲ ਰਿਹਾ ਸੀਗਾ। ਜਦੋਂ ਔਰ ਤੁਸੀਂ ਦੋਨੋਂ ਜਣੇ ਗੱਲਾਂ ਕਰਦੇ ਸੀ ਪੰਜਾਬੀ ਚ ਕਰਦੇ ਸੀ? ਅਸੀਂ ਤਾਂ ਆਪਣੀ ਨਾਰਮਲ ਬਹੁਤ ਸਲੋ ਆਵਾਜ਼ 'ਚ ਗੱਲ ਕਰ ਰਹੇ ਸੀ ਆਪਾਂ ਤਾਂ ਅੰਗਰੇਜ਼ੀ ਆਪਣੀ 'ਚ। ਹਾਂ ਅੰਗਰੇਜ਼ੀ 'ਚ ਗੱਲ ਕਰ ਰਹੇ ਸੀ, ਪਰ ਉਹ ਆ ਕੇ ਉਹ ਪੰਜਾਬੀ ਵੀ ਬੋਲ ਰਿਹਾ ਸੀ, ਉਹ ਇੰਗਲਿਸ਼ ਵੀ ਬੋਲ ਰਿਹਾ ਸੀ, ਔਰ ਇੰਗਲਿਸ਼ ਵੀ ਐਕਸੈਂਟ ਨਾਲ ਬੋਲ ਰਿਹਾ ਸੀ, ਮਤਲਬ ਪਤਾ ਲੱਗ ਰਿਹਾ ਸੀ ਉਹਨੂੰ ਇੱਥੇ ਆਉਣ ਨੂੰ ਕਾਫੀ ਟਾਈਮ ਹੋ ਗਿਆ। ਤਾਂ ਮੈਂ ਉਹਨੂੰ ਬੋਲਿਆ ਕਿ ਨਹੀਂ, ਮੈਂ ਤੈਨੂੰ ਕੁਛ ਨਹੀਂ ਕਿਹਾ। ਤੇ ਕਹਿੰਦਾ ਕਿ ਮੈਂ ਤੈਨੂੰ ਇਦਾਂ ਕਰ ਦੂੰ, ਉੱਦਾਂ ਕਰ ਦੂੰ, ਮਤਲਬ ਜਾਨ ਦੀ ਮੈਨੂੰ ਧਮਕੀ ਦੇਣ ਲੱਗ ਗਿਆ ਕਿ ਮੈਂ ਤੈਨੂੰ ਮਾਰ ਦੂੰਗਾ, ਤਾਂ ਮੇਰੇ ਨਾਲ ਪੰਗਾ ਨਾ ਲਈ, ਆਈ ਡੋਂਟ ਹੈਵ ਐਨੀਥਿੰਗ ਟੂ ਲੂਜ਼। ਤੇ ਮੈਂ ਉਸ ਟਾਈਮ ਮਤਲਬ ਅਲਰਟ ਸੀਗਾ, ਕਿਉਂਕਿ ਉਹ ਮੇਰੇ ਬਿਲਕੁਲ ਫੇਸ ਦੇ ਸਾਹਮਣੇ ਸੀਗਾ, ਰਾਈਟ। ਔਰ ਉਹਦੇ ਕੱਪੜੇ ਮੈਲੇ ਸੀਗੇ, ਉਹ ਤੋਂ ਮਤਲਬ ਨਸ਼ੇ ਦੀ ਚੋਂ ਸਮੈਲ ਆ ਰਹੀ ਸੀਗੀ, ਉਹਨੇ ਲੂਜ਼ ਕੱਪੜੇ ਪਾਏ ਸੀ। ਤਾਂ ਮੈਂ ਅਲਰਟ ਸੀਗਾ ਕਿ ਇਹਦੇ ਕੋਲ ਕੁਝ ਹਥਿਆਰ ਨਾ ਹੋਵੇ, ਜਾ ਕੇ ਸ਼ਰੇਆਮ ਲਈ ਫਿਰਦੇ ਹਾਂ ਨੇ। ਸ਼ੁਰੇ ਹੈ, ਹੋਰ ਵੀ ਚੀਜ਼ਾਂ ਹੋ ਸਕਦੀਆਂ ਕਿ ਅਗਰ ਇਹਨੇ ਕੁਝ ਕੀਤਾ ਤਾਂ ਮੈਂ ਕੁਝ ਕਰ ਨਹੀਂ ਸਕਣਾ। ਤਾਂ ਅਸੀਂ ਦੋਨੋਂ ਚੁੱਪ ਰਹੇ। ਦੈਨ ਉਹ ਥੋੜਾ ਜਿਹਾ ਵਾਕ ਕੀਤਾ, ਉਹਨੇ ਫਿਰ ਸਾਨੂੰ ਗਾਲਾਂ ਗੂਲਾਂ ਕੱਢੀਆਂ ਤੇ ਸਾਡੇ ਨਾਲ ਵਾਲੀ ਸੀਟ ਤੇ ਆ ਕੇ ਬਹਿ ਗਿਆ। ਦੈਨ ਉਹਨੇ ਮੈਨੂੰ ਫਿਰ ਮਤਲਬ ਮੇਰੀ ਬੋਡੀ ਤੇ ਔਰ ਮੇਰੇ ਅਟਾਇਰ ਤੇ ਕਮੈਂਟ ਕਰਨੇ ਸ਼ੁਰੂ ਕਰਤੇ, ਕਿਵੇਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਤੇ ਮੈਨੂੰ ਬੋਲਣ ਲੱਗ ਗਿਆ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਵਾਲ ਥੋੜੇ ਲੰਬੇ ਹਨ, ਮੈਂ ਪਿੱਛੇ ਪੋਨੀ ਕਰਦਾ, ਤਾਂ ਮੈਨੂੰ ਚਾਈਨੀਜ਼ ਬੋਲਣ ਲੱਗ ਗਿਆ ਜਾਂ ਕੁਝ ਹੋਰ, ਮੇਰੀ ਬੋਡੀ ਤੇ ਕਮੈਂਟ ਕਰਨ ਲੱਗ ਗਿਆ। ਦੈਨ ਹਿਤੇਸ਼ ਔਰ ਮੈਂ ਡਿਸਾਈਡ ਕੀਤਾ ਕਿ ਇੱਥੇ ਰਹਿਣਾ ਠੀਕ ਨਹੀਂ ਹੈ, ਤੇ ਅਸੀਂ ਉੱਠ ਕੇ ਅੱਗੇ ਨੂੰ ਚੱਲ ਗਏ। ਪਹਿਲਾਂ ਤਾਂ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਉਤਰ ਜਾਂਦੇ ਹਾਂ ਨੈਕਸਟ ਸਟਾਪ ਤੇ, ਬਟ ਫਿਰ ਦਿਮਾਗ 'ਚ ਆਇਆ ਜੇ ਅਸੀਂ ਉਤਰੇ ਔਰ ਜੇ ਇਹ ਸਾਡੇ ਨਾਲ ਪਿੱਛੇ ਉਤਰ ਗਿਆ, ਹੋਰ ਇਹਦੇ ਕੋਲ ਕੁਝ ਹਥਿਆਰ ਹੋਇਆ, ਤਾਂ ਸਾਡੇ ਲਈ ਹੋਰ ਮੁਸੀਬਤ ਖੜੀ ਹੋ ਜਾਣੀ ਹੈ। ਤਾਂ ਅਸੀਂ ਡਿਸਾਈਡ ਕੀਤਾ ਕਿ ਨਹੀਂ, ਅੱਗੇ ਜਾ ਕੇ ਕਰਦੇ ਹਾਂ। ਸੋ ਇਹ ਇਨਸੀਡੈਂਟ ਸੀਗਾ। ਤੇ ਹਿਤੇਸ਼, ਜਦੋਂ ਇਹ ਸਾਰੀ ਗੱਲ ਵਾਪਰ ਰਹੀ ਸੀ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਸੀ? आई थिंक कभी कभी हमको ऐसा लगता है, हम चढ़ते हैं, हर एक का अपना एक तरीका होता है उसको फेस करने का। तो हमारे लिए ये तो क्लियर था कि हम उससे लड़ेंगे नहीं, क्योंकि इतने सारे इंसिडेंसेस हो रहे हैं और आपको पता नहीं है कि सेफ्टी फील होगी कि नहीं होगी, हम बस में क्या कर लेंगे। दूसरी चीज़ क्या होती है, अगर हम फिजिकली हर्ट नहीं होते तो हम मेंटल ट्रॉमा से तो गुजर ही सकते हैं। मतलब मेंटली आपके लिए बहुत एग्जॉस्टिंग हो जाता है। आप अच्छे मूड से बस में चढ़े, आप आराम से बातें कर रहे हो, एक आदमी आता है, आपके लिए एक ऐसी सिचुएशन क्रिएट कर जाता है जो आपके लिए एक बैड मेमोरी बन जाती है। बिल्कुल। इनफैक्ट जब हम वापस भी ऑफिस आए, हमने 2 दिन के बाद, हम फ्राइडे था, सैटरडे संडे का हम ऑफिस आए, हमने इमीडिएटली डिस्कस भी नहीं की ये बात, क्योंकि वो एक मेमोरी ऐसी थी जिसके बारे में हम बात नहीं करना चाहते। ऑब्जॉर्व कर रहे थे। हाँ, ऑब्जॉर्व कर रहे थे। तो ऐसे में आपको फिजिकल हार्म के साथ साथ एक मेंटल हार्म का भी इशू हो जाता है। ऐसे सिचुएशंस में फेस करते हुए आपको लगता है यार मैं बस चढ़ूं कि ना चढ़ूं। नेक्स्ट टाइम आप किसी और के साथ होता देखो, तब आपको ये डर लगता है कि कहीं मेरे पे हार्म तो नहीं आ जाएगा, क्योंकि आपको बेसिक जो सेफ्टी है वही फील नहीं होती है। आप क्या करोगे बस में, अपना कुछ नहीं कर सकते। ਹਰਪ੍ਰੀਤ, ਤੁਸੀਂ ਫਿਰ ਡਰਾਈਵਰ ਨੂੰ ਨਹੀਂ ਦੱਸਿਆ? ਸੋ ਚੰਦ ਸਾਹਿਬ, ਇਹੀ ਚੀਜ਼ ਮੈਂ ਮਤਲਬ ਮੈਨੂੰ ਔਕਵਰਡ ਲੱਗੀ ਕਿ ਡਰਾਈਵਰ ਇਸ 'ਚ ਸਭ ਚੀਜ਼ਾਂ ਦੇਖ ਰਿਹਾ ਸੀਗਾ, ਔਰ ਡਰਾਈਵਰ ਵੀ ਪੰਜਾਬੀ ਸੀਗਾ, ਉਹਨੂੰ ਇਹ ਚੀਜ਼ਾਂ ਸਮਝ ਆ ਰਹੀਆਂ ਸੀਗੀਆਂ ਅੱਛਾ। ਕਿ ਕੀ ਹੋ ਰਿਹਾ। ਉਹਨੇ ਕਿਹਾ ਨਹੀਂ ਕੁਛ? ਉਹਨੇ ਕੁਛ ਨਹੀਂ ਕਿਹਾ। ਐਂਡ ਆਈ ਨੋ ਕਿ 911 ਮੈਂ ਕਾਲ ਕਰ ਸਕਦਾ ਸੀਗਾ, ਬਟ ਮੈਨੂੰ ਇਹ ਡਰ ਸੀਗਾ ਕਿ ਮੈਂ ਇਹਦੇ ਸਾਹਮਣੇ ਫੋਨ ਕੱਢਿਆ ਤਾਂ ਇਹ ਸ਼ੁਰਾ ਨਾ ਕੱਢ ਲਵੇ, ਇਹ ਸ਼ੁਰਾ ਨਾ ਕੱਢ ਲਵੇ, ਇਹ ਹੋਰ ਕੁਛ ਨਾ, ਮੈਨੂੰ ਮਤਲਬ ਮੇਰੀ ਜਾਨ ਮਾਨ ਤੇ ਕੋਈ ਗੱਲ ਨਾ ਆ ਜਾਵੇ, ਰਾਈਟ। ਔਰ ਸੇਮ ਸਿਚੁਏਸ਼ਨ ਮੈਂ ਕਹਿੰਦਾ ਕਿ ਜੋ ਬੱਸ 'ਚ ਹੋਰ ਬੰਦੇ ਬੈਠੇ ਸੀ ਉਹਨਾਂ ਨਾਲ ਵੀ ਇਹੀ ਸਿਚੁਏਸ਼ਨ ਸੀਗੀ ਕਿ ਅਗਰ ਕੋਈ ਹੋਰ ਮੇਰੇ ਥਾਂ ਤੇ 911 ਕਾਲ ਕਰਦਾ ਤਾਂ ਪਹਿਲੇ ਤਾਂ ਉਹਨੂੰ ਸਮਝਾਉਣ ਨੂੰ ਇੰਨਾ ਟਾਈਮ ਲੱਗਦਾ, ਇੰਨੀ ਦੇਰ 'ਚ ਹੋ ਸਕਦਾ ਕਿ ਉਹ ਜੋ ਮੇਰੇ ਤੇ ਥ੍ਰੈਟ ਸੀਗਾ ਉਸ ਬੰਦੇ ਤੇ ਟਰਾਂਸਫਰ ਹੋ ਜਾਂਦਾ, ਰਾਈਟ। ਤੇ ਮੈਂ ਇਹੀ ਚੀਜ਼ ਸੋਚ ਰਿਹਾ ਸੀ ਕਿ ਡਰਾਈਵਰ ਨੂੰ ਤਾਂ ਇਹ ਚੀਜ਼ ਐਡਰੈਸ ਕਰਨੀ ਚਾਹੀਦੀ ਸੀ, ਡਰਾਈਵਰ ਨੂੰ ਕੁਛ ਨਾ ਕੁਛ ਐਕਸ਼ਨ ਲੈਣਾ ਚਾਹੀਦਾ ਸੀਗਾ। ਔਰ ਦੂਜੀ ਚੀਜ਼ ਮੈਨੂੰ ਇਹ ਲੱਗਿਆ ਕਿ ਬੱਸ 'ਚ ਕੋਈ ਇਹਦਾ ਮਤਲਬ ਪੈਨਿਕ ਬਟਨ ਹੀ ਨਹੀਂ ਹੈ, ਮਤਲਬ ਇਹਦੇ ਬਟਨਸ ਹੋਣੇ ਚਾਹੀਦੇ ਕਿ ਅਗਰ ਕੁਝ ਹੋ ਰਿਹਾ ਤਾਂ ਕੋਈ ਬੰਦਾ ਤਾਂ ਉਹਨੂੰ ਪ੍ਰੈਸ ਕਰੇ ਤਾਂ ਕਿ ਅਲਰਟ ਜੋ ਹੈ ਉਹ ਪੁਲਿਸ ਤੱਕ ਪਹੁੰਚ ਜਾਵੇ ਕਿ ਹਾਂ ਇੱਥੇ ਕੁਝ ਐਵੇਂ ਦੀ ਸਿਚੁਏਸ਼ਨ ਚੱਲ ਰਹੀ ਹੈ। ਸਕਾਈ ਟ੍ਰੇਨ 'ਚ ਹੈਗਾ ਮੇਰਾ ਖਿਆਲ। ਸਕਾਈ ਟ੍ਰੇਨ 'ਚ ਹੈਗਾ, ਬੱਸਾਂ 'ਚ ਨਹੀਂ ਹੈ। ਬੱਸਾਂ 'ਚ ਵੀ ਹੋਣਾ ਚਾਹੀਦਾ ਐਟਲੀਸਟ। ਜੇ ਮੈਂ ਕਹਿੰਦਾ ਜੇ ਮੇਰੇ ਨਾਲ ਉਹ ਚੀਜ਼ ਹੋ ਰਹੀ ਸੀਗੀ, ਜੇ ਉਹ ਬਟਨ ਹੁੰਦਾ ਜਾਂ ਕੁਝ ਐਵੇਂ ਦਾ ਹੁੰਦਾ ਤਾਂ ਕੋਈ ਹੋਰ ਪੈਸੇਂਜਰ ਵੀ ਉਹਨੂੰ ਪ੍ਰੈਸ ਕਰ ਦਿੰਦਾ, ਤਾਂ ਐਟਲੀਸਟ ਡਰਾਈਵਰ ਨੂੰ ਵੀ ਇਨਫੋਰਮੇਸ਼ਨ ਹੋ ਜਾਂਦੀ। ਡਰਾਈਵਰ ਹੋ ਸਕਦਾ ਕਿ ਪੁਲਿਸ ਡਰਾਈਵਰ ਨਾਲ ਕੰਟੈਕਟ ਕਰ ਸਕੇ, ਜਾਂ ਫਿਰ ਲਾਈਵ ਫੀਡ ਬੱਸਾਂ 'ਚ ਕੈਮਰੇ ਹੈਗੇ, ਲਾਈਵ ਫੀਡ ਪੁਲਿਸ ਤੱਕ ਜਾਣੀ ਚਾਹੀਦੀ ਹੈ। ਅਗਰ ਉਹ ਕੋਈ ਬਟਨ ਪ੍ਰੈਸ ਕਰੇ ਤਾਂ ਐਵੇਂ ਦਾ ਕੁਝ ਇੰਤਜ਼ਾਮ ਪੁਲਿਸ ਨੂੰ ਕਰਨਾ ਚਾਹੀਦਾ। ਹਿਤੇਸ਼, ਤੁਹਾਡੇ ਨਾਲ ਪਹਿਲਾਂ ਵੀ ਹੋਈ ਕਦੇ ਇਸ ਤਰ੍ਹਾਂ ਦੀ ਗੱਲ? नहीं, जब से मैं कनाडा में आया हूँ तब से तो मेरे साथ ये फर्स्ट टाइम ऐसा एक इंसिडेंट हुआ था। एक मेरे साथ ट्रांसलिंक उधर हुआ था, स्काई स्टेशन पे हुआ था, बट वो बिल्कुल डिफरेंट इंसिडेंट था। बट सेफ्टी का उसमें भी हल्का सा मेजर था, बट ये जो इंसिडेंट था ये बस के अंदर था, तो इसलिए ज़्यादा हमारे लिए वो था, क्योंकि एक इनक्लोज स्पेस है, आप बाहर भी नहीं जा सकते नेक्स्ट स्टॉप तक। आप नेक्स्ट स्टॉप उतरते हो तो वो आपके साथ उतर सकता है,
आपके साथ बस में भी कुछ हो सकता है। तो ऐसा इंसिडेंट कभी नहीं हुआ था पहले। ਤੁਸੀਂ ਬ੍ਰੌਡਕਾਸਟਿੰਗ 'ਚ ਹੋਣ ਕਰਕੇ ਇਸ ਗੱਲ ਤੋਂ ਭਲੀ ਭਾਂਤ ਵਾਕਿਫ ਸੀ ਕਿ 2-3 ਹਮਲੇ ਹੋ ਚੁੱਕੇ ਸ਼ੁਰੇ ਨਾਲ, ਇੱਕ ਮੁੰਡਾ ਮਰ ਚੁੱਕਾ ਸੀ ਜਾਂ ਹੁਣ ਮਰ ਚੁੱਕਾ, ਤੁਹਾਨੂੰ ਤਾਂ ਕਰਕੇ ਜ਼ਿਆਦਾ ਮਹਿਸੂਸ ਹੋਇਆ ਜਾਂ ਕਿ ਵੈਸੇ ਵੀ ਉਹਦੀ ਜਿਹੜੀ ਡਿਮੀਨਰ ਸੀ ਉਹ ਤੁਹਾਨੂੰ ਲੱਗਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲਾ ਹੋ ਸਕਦਾ? आई थिंक दोनों चीज़ें यहाँ पर वो हैं, क्योंकि एक तो वो आदमी जैसा था, एक वाइब होती है, जैसे उससे वाइब आ रही थी, जैसे वो स्टेयर भी कर रहा था हरप्रीत की तरफ उस टाइम पे, तो वो स्टेयर भी ऐसा नहीं था कि वो ही वॉज रेडी टू एक्ट, वैसा स्टेयर था कि वो उस टाइम पे एक्ट कर सकता था, क्योंकि उसने बोला भी था, जैसे हरप्रीत ने बोला कि आई हैव नथिंग टू लूज। तो एक चीज़ हमारे साथ वो भी थी, और एक बैकग्राउंड तो था ही, क्योंकि ट्रांसलिंग में आए दिन हम, मतलब आए दिन नहीं, हमने सुना है कि ऐसे इंसिडेंसेस हुए हैं, तो वो भी बैक ऑफ माइंड था। ਫਿਰ ਇਹਨੂੰ ਹੇਟ ਕ੍ਰਾਈਮ ਜਾਂ ਇਹ ਤਾਂ ਨਹੀਂ ਕਿਹਾ ਜਾ ਸਕਦਾ? ਉਹ ਵੀ ਪੰਜਾਬੀ ਬੋਲਣ ਵਾਲਾ ਪੰਜਾਬੀ ਵਿਅਕਤੀ ਸੀ, ਤੁਸੀਂ ਵੀ ਪੰਜਾਬੀ ਹੋ, ਹਿੰਦੁਸਤਾਨੀ ਹੋ, ਸੋ ਇਸ ਕਰਕੇ ਇਹ ਕੋਈ ਮੈਂਟਲ ਇਹੋ ਜਿਹੇ ਲੋਕ ਹੋ ਸਕਦੇ ਨੇ। ਹਾਂਜੀ, ਹੇਟ ਕ੍ਰਾਈਮ ਨਹੀਂ ਹੈ ਧਨ ਸਾਹਿਬ। ਸੋ ਅਗਰ ਇਦਾਂ ਦਾ ਕੁਝ ਹੁੰਦਾ, ਲਾਈਕ ਨਾ ਅਸੀਂ ਉਹਦੇ ਵੱਲ ਕੁਝ ਉੱਦਾਂ ਦਾ ਜੈਸਚਰ ਕੀਤਾ ਸੀਗਾ, ਨਾ ਅਸੀਂ ਆਪਣੇ ਬੈਠੇ ਹੋਏ ਸੀਗੇ, ਅਨਪ੍ਰੋਵੋਕਡ ਸੀਗੇ। ਔਰ ਸਾਡੀ ਗੱਲ ਤਾਂ ਚਲੋ ਅਸੀਂ ਸੁਣ ਲਈ। ਮੈਂ ਤਾਂ ਉਹ 2 ਕੁੜੀਆਂ ਬਾਰੇ ਵੀ ਕੰਸਰਨ ਸੀਗਾ ਜਿਨ੍ਹਾਂ ਤੋਂ ਇਹ ਚੀਜ਼ਾਂ ਸਟਾਰਟ ਹੋਈਆਂ। ਉਹਨਾਂ ਦੀ ਤਾਂ ਗੱਲ ਹਜੇ ਤੱਕ ਪਹੁੰਚੀ ਨਹੀਂ ਹੋਣੀ, ਸ਼ਾਇਦ ਉਹ ਵੀ ਇਸੀ ਮੈਂਟਲ ਟਰਾਮਾ ਦੇ ਵਿੱਚ ਕਿਤੇ ਨਾ ਕਿਤੇ ਸਫਰ ਕਰ ਰਹੀਆਂ ਹੋਣੀਆਂ। ਐਂਡ ਉਹ ਬੰਦਾ ਪਤਾ ਨਹੀਂ ਜਾਂ ਤਾਂ ਉਹ ਨਸ਼ੇ 'ਚ ਇੰਨਾ ਜ਼ਿਆਦਾ ਹੈ ਜਾਂ ਉਹ ਚਾਹ ਹੀ ਰਿਹਾ ਸੀਗਾ ਕਿ ਮੇਰੇ ਨਾਲ ਕੋਈ ਲੜਾਈ ਕਰੇ। ਔਰ ਮੈਂ ਇਹ ਚੀਜ਼ ਫੀਲ ਕੀਤੀ ਕਿ ਉਹ ਬੰਦਾ ਗਲਤ ਕਰ ਰਿਹਾ ਔਰ ਉਹ ਬੰਦਾ ਨਿਡਰ ਹੈ। ਅਸੀਂ ਸਹੀ ਕਰ ਰਹੇ ਹਾਂ ਔਰ ਸਾਡੇ ਅੰਦਰ ਫਿਰ ਵੀ ਡਰ ਹੈ ਕਿ ਸਾਨੂੰ ਜਾਨ ਮਾਨ ਦਾ ਕੋਈ ਖਤਰਾ ਨਾ ਹੋ ਜਾਏ। ਔਰ ਉਹ ਬੰਦਾ ਖੁੱਲ੍ਹੇਆਮ ਨਿਡਰ ਹੋ ਕੇ ਬੋਲ ਰਿਹਾ ਕਿ ਹਾਂ ਆਈ ਡੋਂਟ ਹੈਵ ਐਨੀਥਿੰਗ ਟੂ ਲੂਜ਼। ਅਤੇਸ਼, ਤੁਹਾਡਾ ਕੀ ਖਿਆਲ ਹੈ ਕਿ ਬੱਸਾਂ ਦੇ ਵਿੱਚ ਪੁਲਿਸ ਹੋਣੀ ਚਾਹੀਦੀ ਹੈ? आई थिंक पुलिस तो होनी चाहिए, क्योंकि वो बड़ा मुश्किल अरेंजमेंट भी हो सकता है, बट इतनी सेफ्टी होनी चाहिए कि अगर कोई इंसान साइलेंटली अपनी सेफ्टी को लेकर कंसर्न्ड है और ओपनली ना करे, जैसे जो एक लाइन लगी हुई है उधर ट्रेन में, तो आप उस लाइन को हम जैसे ही प्रेस करते हैं किसी को पता नहीं चलता, वो इतनी हल्की सी लाइन है, तो नेक्स्ट स्टॉप पे कोई आ जाता है, कहते हैं ट्रांजिट सिक्योरिटी, मैंने देखा नहीं है बट ऐसा बताते हैं हमें। तो ऐसे अगर कोई ड्राइवर के पास इन्फॉर्मेशन पहुंच जाए ना, अगर ड्राइवर अवेयर नहीं है, एकदम से अलर्ट नहीं है, उसको भी रोड पे ध्यान है और बैक सीट में कुछ हो रहा है, तो कोई बटन हो, कुछ हो, जैसे उन्होंने स्काई ट्रेन में लगाया है, तो आई फील अगर ड्राइवर तक पहुंचे तो ड्राइवर कोई इनिशिएटिव ले सकता है, वो उस टाइम पे ज़्यादा अच्छे से एक्ट कर सकता है। ਅੱਛਾ ਯਾਰ, ਤੁਸੀਂ ਦਿੱਲੀ, ਬੰਬੇ ਵਰਗੇ ਵੱਡੇ ਸ਼ਹਿਰਾਂ 'ਚ ਰਹੇ ਹੋ, ਟ੍ਰੈਮਾਂ 'ਚ ਚੜ੍ਹਦੇ ਰਹੇ ਹੋ, ਬੱਸਾਂ ਚੜ੍ਹਦੇ ਰਹੇ ਹੋ, ਉੱਥੇ ਨਹੀਂ ਕੋਈ ਇਸ ਤਰ੍ਹਾਂ ਦੀ ਖਤਰੇ ਵਾਲੀ ਗੱਲ ਨਹੀਂ? ਉਹ ਕੀ ਕਰਦੇ ਨੇ ਫਿਰ? ਉਹਨਾਂ ਕੋਲ ਹੈ ਕੋਈ ਸਿਸਟਮ? नहीं, उधर क्या है, क्योंकि मैं बॉम्बे में ज़्यादा पब्लिक ट्रांसपोर्ट पे ट्रेवल किया, बॉम्बे में भीड़ इतनी ज़्यादा होती है ट्रेन्स में, तो उनके पास इतना टाइम ही नहीं होता कि लड़ाई कर ले। ਤੁਸੀਂ ਸਵਿੰਗ ही नहीं कर सकते? नहीं, स्विंग ही नहीं कर सकते, इट्स जैम पैक्ड, मतलब सब ऐसे खड़े हुए हैं। ਔਰ ਮੈਨੂੰ ਲੱਗਦਾ ਕਿ ਇਹੀ ਚੀਜ਼ਾਂ ਤੋਂ ਤਾਂ ਅਸੀਂ ਡਿਸਾਈਡ ਕਰਕੇ ਫਿਰ ਇਹ ਮੁਲਕਾਂ 'ਚ ਆਉਂਦੇ ਹਾਂ ਕਿ ਹਾਂ ਸਾਨੂੰ ਸੇਫਟੀ ਰਹੇ, ਕਿਉਂਕਿ ਓਬਵੀਅਸਲੀ ਉੱਥੇ ਵੀ ਇਹ ਚੀਜ਼ਾਂ ਹੈਗੀਆਂ ਨੇ, ਬਟ ਉਹੀ ਚੀਜ਼ ਡਿਸਾਈਡ ਕਰਕੇ ਤਾਂ ਆਪਾਂ ਇੱਥੇ ਨੂੰ ਮੂਵ ਹੁੰਦੇ ਹਾਂ ਕਿ ਆਪਾਂ ਐਟਲੀਸਟ ਸੇਫ ਰਹੀਏ, ਸਾਡੀ ਫੈਮਿਲੀ ਸੇਫ ਰਹੇ। ਹੁਣ ਤੁਸੀਂ ਕੀ ਡਿਸਾਈਡ ਕੀਤਾ ਵੀ ਬੱਸ ਨਹੀਂ ਚੜ੍ਹਨਾ ਜਾਂ ਕਿ ਤੁਸੀਂ ਵੀ ਛੁਰਾ ਰੱਖੋਗੇ? नहीं नहीं, बस तो हम चढ़ेंगे, बट वी आर होपिंग कि आगे से कभी ऐसा इंसिडेंट्स ना हो, हमारे साथ ना हो, किसी के साथ भी ना हो, क्योंकि किसी के लिए भी ये चीज़ एक तरीके से एक बैड मेमोरी हो सकती है, फिजिकल हार्म हो सकता है, तो वो चीज़ कभी आगे से ना हो, उस पर थोड़ा सा एक्ट किया जाए, थोड़े से सिचुएशंस, मतलब थोड़े से सिक्योरिटी मेजर्स क्रिएट किए जाएं। ਤੁਸੀਂ ਹਰਪ੍ਰੀਤ ਜੀ ਪ੍ਰੋਟੈਕਸ਼ਨ ਲਈ ਕੀ ਕਰੋਗੇ? ਦੇਖੋ ਜੀ, ਬੱਸਾਂ ਤਾਂ ਆਪਾਂ ਨੂੰ ਲੈਣੀਆਂ ਹੀ ਪੈਣੀਆਂ, ਇਹ ਤਾਂ ਕੋਈ ਹੱਲ ਹੀ ਨਹੀਂ ਕਿ ਆਪਾਂ ਨਾ ਚੜੀਏ। ਯੂ ਆਰ ਵੈਰੀ ਸਟਰੋਂਗ ਬਿਗ ਮੈਨ। ਹਾਂ ਮਤਲਬ, ਬਟ ਥੈਨ ਸਾਹਿਬ ਜਿੱਥੇ ਮਤਲਬ ਉੱਥੇ ਬਾਡੀ ਵੀ ਕੀ ਕੰਮ ਕਰੇਗੀ ਜਿੱਥੇ ਸਾਹਮਣੇ ਕੋਈ ਹਥਿਆਰ ਹੀ ਚਲਾ ਦੇਵੇ। ਬਿਲਕੁਲ। ਤੇ ਬੱਸਾਂ ਤਾਂ ਲੈਣੀਆਂ ਹੀ ਪੈਣੀਆਂ, ਬਸ ਮੈਨੂੰ ਇਹ ਲੱਗਦਾ ਕਿ ਸੇਫਟੀ ਲਈ ਜੋ ਅਸੀਂ ਕਰਦੇ ਹਾਂ, ਅਸੀਂ ਤਾਂ ਸਾਇਲੈਂਟਲੀ ਮੂਵ ਹੋ ਜਾਵਾਂਗੇ ਤਾਂ ਹੀ ਫਾਇਦਾ ਸਾਡੇ ਲਈ। ਬਟ ਮੈਨੂੰ ਇਹ ਲੱਗਦਾ ਕਿ ਜੇ ਪੁਲਿਸ ਕੁਛ ਮੇਜਰ ਲਵੇ, ਕੁਛ ਐਵੇਂ ਦਾ ਹੋਏ ਕਿ, ਕਿਉਂਕਿ ਅਗਰ ਤਾਂ ਅਸੀਂ ਗੱਡੀ ਚਲਾਉਂਦੇ ਹਾਂ, ਅਸੀਂ ਗੱਡੀ 'ਚ ਬਹਿੰਦੇ ਹੀ ਸਭ ਤੋਂ ਪਹਿਲੇ ਸੀਟ ਬੈਲਟ ਲਾਉਂਦੇ ਹਾਂ, ਰਾਈਟ। ਔਰ ਮੋਸਟਲੀ ਲੋਕ ਇਸ ਲਈ ਲਾਉਂਦੇ ਆ ਕਿ ਸਾਡਾ ਚਲਾਨ ਨਾ ਹੋ ਜਾਵੇ, ਉਹਨਾਂ ਅੰਦਰ ਡਰ ਹੈ। ਤੇ ਜੇ ਇਹਨਾਂ ਲੋਕਾਂ ਲਈ ਡਰ ਕ੍ਰੀਏਟ ਕੀਤਾ ਜਾਵੇ ਪੁਲਿਸ ਵੱਲੋਂ, ਕੋਈ ਡਿਟਰੈਂਸ ਹੋਣੀ ਚਾਹੀਦੀ। ਹਾਂ, ਤਾਂ ਆਪਣੇ ਆਪ ਇਹ ਚੀਜ਼ਾਂ ਘਟਣਗੀਆਂ। ਵੀਰ ਜੀ, ਥੈਂਕ ਯੂ ਵੈਰੀ ਮਚ ਹਤੇਸ਼ ਤੇ ਹਰਪ੍ਰੀਤ। ਥੈਂਕ ਯੂ ਸੋ ਮਚ। ਗੁੱਡ ਲੱਕ ਐਂਡ ਬੀ ਸੇਫ। ਅਸੀਂ ਉਮੀਦ ਰੱਖਦੇ ਹਾਂ, ਕਿਉਂਕਿ ਹੁਣ ਗੱਲ ਚੱਲੀ ਹੈ, ਗੱਲ ਟਰਾਂਸਲਿੰਕ ਦੇ CEO ਤੱਕ ਪਹੁੰਚੀ ਹੋਈ ਹੈ, ਸੋਲਿਸਿਟਰ ਜਨਰਲ ਤੱਕ ਪਹੁੰਚੀ ਹੋਈ ਹੈ। ਅਸੀਂ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਕੋਈ ਨਾ ਕੋਈ ਸਾਵਧਾਨੀਆਂ ਵਾਲੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮੈਜਰ ਜਿਸ ਤਰ੍ਹਾਂ ਤੁਸੀਂ ਸੁਜੈਸਟ ਕਰ ਰਹੇ ਹੋ ਜ਼ਰੂਰ ਲਾਗੂ ਕੀਤੇ ਜਾਣ।
ਤੇ ਜਦੋਂ ਵੀ ਲਾਗੂ ਹੁੰਦੇ ਆ ਆਪਾਂ ਫੇਰ ਗੱਲਬਾਤ ਕਰਾਂਗੇ। ਥੈਂਕ ਯੂ, Thank you ਬਹੁਤ so ਬਹੁਤ much. Thank you ਮਿਹਰਬਾਨੀ, so much. ਸ਼ੁਕਰੀਆ। थैंक यू। ਸਾਡੇ ਰੈਡ FM ਦੇ EMPLOYEES ਹਰਪ੍ਰੀਤ ਤੇ ਹਤੇਸ਼ ਗੱਲਬਾਤ ਕਰ ਰਹੇ ਸੀ।